ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਸੀਸ ਦੇ ਨਾਲ ਅੱਜ ਆਪ ਜੀ ਦੇ ਨਾਲ ਸਿੱਖ ਦਾ ਆਦਰਸ਼ ਕੀ ਹੈ, ਇਸ ਸੰਬੰਧ ਵਿੱਚ ਵਿਚਾਰ ਸਾਂਝੀ ਕਰਨ ਜਾ ਰਹੇ ਹਾਂ। ਸਿੱਖ ਦਾ ਜਿਹੜਾ ਆਦਰਸ਼ ਹੈ ਨਾ, ਸਿੱਖ ਦਾ ਪਹਿਲਾ ਆਦਰਸ਼ ਹੈ ਅੰਮ੍ਰਿਤ ਛਕਣਾ, ਰਹਿਤ ਰੱਖਣੀ, ਗੁਰਬਾਣੀ ਪੜ੍ਹਨੀ, ਗੁਰਬਾਣੀ ਦਾ ਕੀਰਤਨ ਕਰਨਾ ਜਾਂ ਸੁਣਨਾ। ਇਹ ਸਾਰਾ ਕੁਝ ਸਿੱਖ ਦਾ ਆਦਰਸ਼ ਹੈ, ਅਤ ਜ਼ਰੂਰੀ ਹੈ। ਤੇ ਨਾਲ ਹੀ ਸਿੱਖ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਭ ਕੁਝ ਜ਼ਰੀਏ ਹਨ। ਬ੍ਰਹਮ ਤੱਕ ਪਹੁੰਚਣ ਵਾਸਤੇ, ਵਾਹਿਗੁਰੂ ਤੱਕ ਪਹੁੰਚਣ ਵਾਸਤੇ ਇਹ ਸਭ ਕੁਝ ਜ਼ਰੀਆ ਹੈ। ਕਿਸ ਤਰ੍ਹਾਂ? ਸਾਰਿਆਂ ਦੇ ਘਰਾਂ ਵਿੱਚ ਪੌੜੀਆਂ ਹਨ। ਛੱਤ ਉੱਪਰ ਚੜ੍ਹਨਾ ਹੋਵੇ ਤੇ ਪੌੜੀ ਦੀ ਲੋੜ ਪੈਂਦੀ ਹੈ। ਪੌੜੀ ਇੱਕ ਜ਼ਰੀਆ ਹੈ ਛੱਤ ਉੱਪਰ ਚੜ੍ਹਨ ਦਾ। ਜੇ ਆਪਾਂ ਪੌੜੀ ਨੂੰ ਮੱਥਾ ਟੇਕੀ ਜਾਈਏ, ਪੌੜੀ ਨੂੰ ਵੇਖੀ ਜਾਈਏ, ਪੌੜੀ ਦੀ ਪੂਜਾ ਕਰੀਏ, ਅਰਾਧਨਾ ਕਰੀਏ, ਤੇ ਆਪਾਂ ਕਦੇ ਵੀ ਛੱਤ ਤੱਕ ਪਹੁੰਚ ਨਹੀਂ ਸਕਦੇ। ਪੌੜੀ ਦੇ ਉੱਪਰ ਚੜ੍ਹਨਾ ਪਵੇਗਾ, ਸਫ਼ਰ ਤੈਅ ਕਰਨਾ ਪਵੇਗਾ, ਫਿਰ ਕਿਤੇ ਜਾ ਕੇ ਅਸੀਂ ਛੱਤ ਉੱਪਰ ਪਹੁੰਚ ਸਕਦੇ ਹਾਂ। ਇਸੇ ਹੀ ਤਰ੍ਹਾਂ ਗੁਰਬਾਣੀ ਜ਼ਰੀਆ ਹੈ। ਗੁਰਬਾਣੀ ਜ਼ਰੀਆ ਹੈ। ਮੱਥਾ ਟੇਕਣਾ ਜਾਂ ਪ੍ਰਸ਼ਾਦ ਲੈ ਕੇ ਘਰ ਨੂੰ ਚਲੇ ਜਾਣਾ ਜਾਂ ਅੰਮ੍ਰਿਤ ਛਕ ਲੈਣਾ ਜਾਂ ਇਕੱਲੀ ਰਹਿਤ ਰੱਖਣੀ, ਇਹ ਮਕਸਦ ਨਹੀਂ ਹੈ। ਇਹ ਮਕਸਦ ਨਹੀਂ ਹੈ, ਇਹ ਮੰਜ਼ਿਲ ਨਹੀਂ ਹੈ। ਸਫ਼ਰ ਤਾਂ ਹੈ, ਸਫ਼ਰ ਤਾਂ ਹੈ ਪਰ ਮੰਜ਼ਿਲ ਨਹੀਂ। ਜ਼ਰੀਆ ਤਾਂ ਜ਼ਰੂਰ ਹੈ ਪਰ ਮਕਸਦ ਨਹੀਂ ਹੈ। ਮਕਸਦ ਕੀ ਹੈ? ਮਕਸਦ ਸਿੱਖ ਦਾ ਇਹ ਹੈ ਕਿ ਸਿੱਖ ਦੇ ਅੰਦਰ ਰੀਝ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ, ਵਾਹਿਗੁਰੂ ਜੀ ਸਮਝ ਦੀ। ਫਿਰ ਵਾਹਿਗੁਰੂ ਜੀ ਦੀ ਭਗਤੀ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ ਵਾਹਿਗੁਰੂ ਵਿੱਚ ਲੀਨਤਾ ਕਰਨੀ ਤੇ ਵਾਹਿਗੁਰੂ ਜੀ ਦਾ ਰੂਪ ਹੋ ਕੇ ਵਾਹਿਗੁਰੂ ਜੀ ਵਿੱਚ ਸਮਾ ਜਾਣਾ। ਇਹ ਸਿੱਖ ਦਾ ਮਕਸਦ ਹੈ ਤੇ ਸਿੱਖ ਅੰਦਰ ਰੀਝ ਵੀ ਹੋਣੀ ਚਾਹੀਦੀ ਹੈ। ਤੇ ਜੇ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕਿਸ ਮਕਸਦ ਵਾਸਤੇ ਅੰਮ੍ਰਿਤ ਪਾਨ ਕੀਤਾ, ਕਿਸ ਮਕਸਦ ਵਾਸਤੇ ਗੁਰੂ ਘਰ ਆਉਂਦੇ ਹਾਂ, ਤੇ ਫਿਰ ਕਿਸ ਤਰ੍ਹਾਂ ਗੱਲ ਬਣੇਗੀ? ਫਿਰ ਅਸੀਂ ਕਿਸ ਤਰ੍ਹਾਂ ਬ੍ਰਹਮ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ, ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ? ਅਸੀਂ ਕਦੋਂ ਪਹੁੰਚਾਂਗੇ ਫਿਰ ਆਪਣੇ ਨਿੱਜ ਘਰ ਵਿੱਚ? ਕਦੋਂ ਪਹੁੰਚਾਂਗੇ ਅਸੀਂ ਮੁਕਤੀ ਦੇ ਦੁਆਰੇ ਤੇ? ਸਾਨੂੰ ਤਾਂ ਸਮਝ ਹੀ ਲੱਗੀ ਨਹੀਂ। ਕਈ ਸਾਲ ਹੋ ਗਏ ਹਨ ਗੁਰੂ ਘਰ ਆਉਂਦਿਆਂ ਨੂੰ, ਕਈ ਸਾਲ ਹੋ ਗਏ ਹਨ ਅੰਮ੍ਰਿਤ ਪਾਨ ਕੀਤਿਆਂ ਨੂੰ, ਬਾਣੀ ਪੜ੍ਹਦਿਆਂ ਨੂੰ, ਪਰ ਸਮਝ ਅਜੇ ਤੱਕ ਨਹੀਂ ਲੱਗੀ ਕਿ ਮੈਂ ਬਾਣੀ ਕਿਉਂ ਪੜ੍ਹਦਾ ਹਾਂ, ਅੰਮ੍ਰਿਤ ਪਾਨ ਕਿਉਂ ਕੀਤਾ, ਗੁਰਦੁਆਰੇ ਮੈਂ ਕਿਉਂ ਜਾਂਦਾ ਹਾਂ। ਸਮਝ ਨਹੀਂ ਲੱਗੀ।
ਇਸ ਕਰਕੇ ਵੱਡਿਆਂ ਭਾਗਾਂ ਨਾਲ ਜਿਨ੍ਹਾਂ ਨੂੰ ਸਮਝ ਲੱਗ ਜਾਵੇ ਕਿ ਮੇਰਾ ਮਨੋਰਥ ਕੀ ਹੈ, ਮੇਰੀ ਮੰਜ਼ਿਲ ਕਿਹੜੀ ਹੈ, ਮੇਰਾ ਮਕਸਦ ਕਿਹੜਾ ਹੈ, ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਦੇ ਉੱਪਰ ਉਹ ਸਿੱਖ ਅੱਪੜ ਹੀ ਜਾਂਦਾ ਹੈ। ਪਤਾ ਅਸੀਂ ਕੀ ਸਮਝਦੇ ਹਾਂ? ਅਸੀਂ ਸਮਝਦੇ ਹਾਂ ਇਤਿਹਾਸ ਸੁਣਨਾ, ਸ਼ਹੀਦੀਆਂ ਬਾਰੇ ਸੁਣਨਾ ਇਹੀ ਗੁਰਸਿੱਖੀ ਹੈ, ਪਰ ਨਹੀਂ। ਜਦੋਂ ਅਸੀਂ ਨਾਮ ਅਭਿਆਸੀਆਂ ਦੀ, ਗੁਰਬਾਣੀ ਰਸੀਆਂ ਦੀ ਸੰਗਤ ਕਰਾਂਗੇ ਤੇ ਫਿਰ ਸਹੀ ਅਰਥਾਂ ਵਿੱਚ ਸਾਨੂੰ ਸਮਝ ਲੱਗੇਗੀ ਕਿ ਗੁਰਸਿੱਖੀ ਹੈ ਕੀ। ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਪਤਾ ਲੱਗਦਾ ਹੈ ਕਿ ਜਿੱਥੇ ਆਪਾਂ ਇਤਿਹਾਸ ਸੁਣਨਾ ਹੈ ਨਾ, ਜਿੱਥੇ ਇਤਿਹਾਸ ਦੀ ਆਪਾਂ ਕਥਾ ਵਿਚਾਰ ਕਰਵਾਉਣੀ ਹੈ ਜਾਂ ਸੁਣਨੀ ਹੈ ਜਾਂ ਕਰਨੀ ਹੈ, ਉੱਥੇ ਆਪਾਂ ਗੁਰਬਾਣੀ ਪੜ੍ਹ ਕੇ, ਗੁਰਬਾਣੀ ਦੀ ਕਮਾਈ ਕਰਕੇ, ਗੁਰਬਾਣੀ ਦੇ ਹੁਕਮ ਨੂੰ ਮੰਨ ਕੇ ਨਾਮ ਸ਼ਬਦ ਦਾ ਅਭਿਆਸ ਕਰਨਾ ਹੈ ਤੇ ਫਿਰ ਅਸੀਂ ਆਪਣੀ ਮੰਜ਼ਿਲ ਦੇ ਉੱਪਰ ਪਹੁੰਚ ਸਕਦੇ ਹਾਂ। ਫਿਰ ਸਿੱਖ ਦਾ ਜਿਹੜਾ ਮਕਸਦ ਹੈ ਉਹ ਸੰਪੂਰਨ ਹੁੰਦਾ ਹੈ। ਇਹ ਗੁਰਸਿੱਖੀ ਹੈ। ਭਾਈ ਸਾਹਿਬ ਭਾਈ ਰਘਬੀਰ ਸਿੰਘ ਜੀ ਬੀਰ ਹੋਣੀ ਜੀ, ਉਹਨਾਂ ਨੇ ਆਪਣੀ ਪੋਥੀ ਬੰਦਗੀਨਾਮਾ ਵਿੱਚ ਦੱਸਿਆ ਹੈ, ਪਹਿਲਾਂ ਮੈਂ ਇਤਿਹਾਸ ਬਹੁਤ ਸੁਣਦਾ ਸਾਂ, ਸਮਝਦਾ ਸੀ ਕਿ ਇਹ ਗੁਰਸਿੱਖੀ ਹੈ। ਫਿਰ ਗੁਰੂ ਕਿਰਪਾ ਨਾਲ ਮੈਨੂੰ ਜਦੋਂ ਰੂਹਾਨੀ ਹੋਸ਼ ਆਈ ਤੇ ਮੈਂ ਇਤਿਹਾਸ ਵੀ ਪੜ੍ਹਦਾ ਸੀ ਤੇ ਇਤਿਹਾਸ ਪੜ੍ਹਨ ਨਾਲੋਂ ਫਿਰ ਮੈਂ ਗੁਰਬਾਣੀ ਪੜ੍ਹਨ ਵਿੱਚ ਜ਼ਿਆਦਾ ਰਸ ਮਾਣਦਾ ਸੀ। ਫਿਰ ਮੈਂ ਇਤਿਹਾਸ ਘੱਟ ਪੜ੍ਹਦਾ ਸੀ ਤੇ ਗੁਰਬਾਣੀ ਜ਼ਿਆਦਾ ਪੜ੍ਹਦਾ ਸੀ। ਗੁਰਬਾਣੀ ਸੁਣਨੀ, ਪਾਠ ਕਰਨਾ, ਗੁਰਦੁਆਰੇ ਜਾ ਕੇ ਸਤਿਗੁਰੂ ਨੂੰ ਨਮਸਕਾਰ ਕਰਨੀ, ਮੈਨੂੰ ਬੜਾ ਆਨੰਦ ਆਉਂਦਾ ਸੀ, ਪਰ ਮੇਰੀ ਤਸੱਲੀ ਨਹੀਂ ਸੀ ਹੋਈ। ਤਸੱਲੀ ਕਿਸ ਤਰ੍ਹਾਂ ਹੋਈ? ਭਾਈ ਸਾਹਿਬ ਜੀ ਦੱਸਦੇ ਹਨ, ਮੇਰੀ ਆਤਮਾ ਇਹ ਸਭ ਕੁਝ ਕਬੂਲ ਨਹੀਂ ਸੀ ਕਰਦੀ। ਠੀਕ ਹੈ, ਮੱਥਾ ਟੇਕਣਾ ਸਾਡਾ ਫਰਜ਼ ਹੈ, ਇਤਿਹਾਸ ਸੁਣਨਾ, ਗੁਰਬਾਣੀ ਨੂੰ ਪੜ੍ਹਨਾ ਇਹ ਸਿੱਖ ਦਾ ਆਦਰਸ਼ ਹੈ, ਪਰ ਇਸ ਤੋਂ ਅੱਗੇ ਵੀ ਕੁਝ ਹੋਰ ਹੈ ਜੋ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਪਤਾ ਲੱਗਦਾ ਹੈ। ਗੁਰਮੁਖ ਪਿਆਰੇ ਦੱਸਦੇ ਹਨ, ਜੇ ਆਪਾਂ ਗੁਰਬਾਣੀ ਦਾ ਪਾਠ ਬੜੀ ਸਹਿਜ ਨਾਲ, ਪ੍ਰੇਮ ਨਾਲ ਵਿਚਾਰ ਕੇ ਕਰੀਏ, ਜਦੋਂ ਆਪਾਂ ਗੁਰਬਾਣੀ ਦਾ ਪਾਠ ਬਹੁਤ ਹੌਲੀ ਧੀਰਜ ਨਾਲ, ਸਮਝ ਨਾਲ ਵਿਚਾਰ ਕੇ ਕਰਾਂਗੇ ਨਾ, ਫਿਰ ਸਾਨੂੰ ਗੁਰਬਾਣੀ ਵਿੱਚੋਂ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਾਧਨ ਲੱਭੇਗਾ। ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਾਧਨ ਕੀ ਹੈ? ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਾਧਨ ਹੈ ਕਿ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਤੇ ਵਾਹਿਗੁਰੂ ਜੀ ਦਾ ਨਾਮ ਜਪਣਾ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ, ਨਾਮ ਦਾ ਚਿੰਤਨ ਕਰਨਾ। ਇਹ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਾਧਨ ਹੈ। ਇਹ ਸਾਧਨ ਤੁਹਾਨੂੰ ਤਦ ਹੀ ਪ੍ਰਾਪਤ ਹੋਵੇਗਾ ਜੇ ਅਸੀਂ ਗੁਰਬਾਣੀ ਦਾ ਪਾਠ ਬਹੁਤ ਸਹਿਜ ਅਵਸਥਾ ਨਾਲ, ਪ੍ਰੇਮ ਨਾਲ, ਭਾਵਨਾ ਨਾਲ ਅਤੇ ਵਿਚਾਰ ਕੇ ਕਰਾਂਗੇ। ਹਾਂ, ਪਰ ਬ੍ਰਹਮ ਤੱਕ ਪਹੁੰਚਣਾ, ਆਤਮਿਕ ਮਾਰਗ ਦੇ ਪਾਂਧੀ ਬਣਨਾ, ਆਤਮਿਕ ਅਵਸਥਾ ਦੇ ਅਧਿਕਾਰੀ ਬਣਨਾ, ਇਹ ਕੋਈ ਆਸਾਨ ਕੰਮ ਨਹੀਂ ਤੇ ਇਹ ਰਸਤਾ ਜਿਹੜਾ ਹੈ ਸੌਖਾ ਨਹੀਂ। ਇਹ ਜੋ ਖੇਲ ਹੈ ਇਹ ਆਸਾਨ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਹਨ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਕੋਈ ਐਸਾ ਹੀ ਗੁਰਮੁਖ ਪਿਆਰਾ ਹੈ ਜੋ ਇਸ ਖੇਡ ਨੂੰ ਸਮਝਦਾ ਹੈ। ਉਹਨਾਂ ਨੂੰ ਪਤਾ ਹੈ ਇਹ ਖੇਡ ਕੋਈ ਆਸਾਨ ਨਹੀਂ ਹੈ। ਹਾਂ, ਇਹ ਖੇਡ ਜਿਹੜੀ ਹੈ ਨਾ ਆਸਾਨ ਹੋ ਜਾਂਦੀ ਹੈ ਜੇ ਸਾਨੂੰ ਇਸ ਖੇਡ ਦੀ ਸਮਝ ਲੱਗ ਜਾਵੇ। ਜਦੋਂ ਸਮਝ ਲੱਗ ਜਾਵੇਗੀ ਨਾ, ਮੁਸ਼ਕਲ ਤਾਂ ਜ਼ਰੂਰ ਆਵੇਗੀ, ਪਰ ਮੁਸ਼ਕਲਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ ਇਹ ਸਾਨੂੰ ਪਤਾ ਲੱਗ ਜਾਂਦਾ ਹੈ।
ਇਸ ਕਰਕੇ ਇਸ ਖੇਡ ਵਿੱਚ ਸਾਨੂੰ ਸਹਾਇਤਾ ਮਿਲੇ, ਸੋ ਸਾਨੂੰ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਪਵੇਗੀ, ਜਿਹੜੇ ਨਾਮ ਰਸੀਏ ਹਨ, ਗੁਰਬਾਣੀ ਰਸੀਏ ਹਨ। ਸ਼ਾਇਦ ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ, ਗੁਰ ਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਭੀ ਗਲਤ ਪਾਹੇ। ਜਾਂ ਫਿਰ ਇਸ ਤਰ੍ਹਾਂ ਵੀ ਆਖਦੇ ਹਨ, ਜੋ ਦਿਸੈ ਗੁਰ ਸਿੱਖੜਾ, ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀ। ਜਾਂ ਫਿਰ ਆਪਾਂ ਨੇਤੇ ਹੀ ਪੜ੍ਹਦੇ ਹਾਂ, ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਜੇ ਆਪਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਾਂਗੇ ਤੇ ਸਾਨੂੰ ਇਸ ਖੇਡ ਵਿੱਚ ਬੜੀ ਸਹਾਇਤਾ ਮਿਲੇਗੀ। ਇਹ ਸਾਨੂੰ ਸਮਝ ਲੱਗ ਜਾਵੇਗੀ ਕਿ ਅਸੀਂ ਆਤਮਿਕ ਮਾਰਗ ਦੇ ਪਾਂਧੀ ਕਿਸ ਤਰ੍ਹਾਂ ਬਣਨਾ ਹੈ। ਤੇ ਗੁਰਮੁਖ ਪਿਆਰਿਆਂ ਦੀ ਸੰਗਤ ਤੋਂ ਬਿਨਾਂ ਸਾਨੂੰ ਸਮਝ ਨਹੀਂ ਲੱਗੇਗੀ ਕਿ ਗੁਰਬਾਣੀ ਸਾਨੂੰ ਕੀ ਆਖਦੀ ਹੈ। ਕਿਉਂ? ਕਿਉਂਕਿ ਇਹ ਜੋ ਬਾਣੀ ਹੈ ਨਾ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖਾਂ ਦੀ ਹੈ ਤੇ ਮਹਾਂਪੁਰਖਾਂ ਨੂੰ ਸਮਝਣ ਵਾਸਤੇ ਸਾਨੂੰ ਐਸੇ ਗੁਰਮੁਖ ਪਿਆਰਿਆਂ ਦੀ ਲੋੜ ਹੈ ਜੋ ਖੁਦ ਆਤਮਿਕ ਅਵਸਥਾ ਦੇ ਅਧਿਕਾਰੀ ਹਨ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਜਾਂ ਫਿਰ ਸਾਧ ਕੀ ਸੋਭਾ ਸਾਧ ਬਨਿਆਈ। ਸਾਧੂ ਦੀ ਸੋਭਾ ਸਿਰਫ ਸਾਧੂ ਹੀ ਜਾਣਦਾ ਹੈ। ਇਸ ਕਰਕੇ ਗੁਰਬਾਣੀ ਨੂੰ ਉਹੀ ਸਮਝ ਸਕਦਾ ਹੈ ਜੋ ਗੁਰਬਾਣੀ ਨੂੰ ਪੜ੍ਹਦਾ ਹੈ, ਨਾਮ ਸ਼ਬਦ ਅਭਿਆਸ ਦੀ ਕਮਾਈ ਕਰਦਾ ਹੈ ਤੇ ਆਤਮਿਕ ਅਵਸਥਾ ਦਾ ਜੋ ਅਧਿਕਾਰੀ ਹੈ, ਉਹੀ ਸਹੀ ਅਰਥਾਂ ਵਿੱਚ ਗੁਰਬਾਣੀ ਨੂੰ ਸਮਝ ਸਕਦਾ ਹੈ, ਜਿਸ ਦੇ ਕੋਲ ਆਪਣਾ ਨਿਜ ਅਨੁਭਵੀ ਗਿਆਨ ਹੈ। ਇਸ ਕਰਕੇ ਭਾਈ ਐਸੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਪਤਾ ਲੱਗਦਾ ਹੈ ਕਿ ਸਿੱਖ ਦਾ ਆਦਰਸ਼ ਕੀ ਹੈ, ਸਿੱਖ ਦਾ ਸਿਧਾਂਤ ਕੀ ਹੈ, ਸਿੱਖ ਨੇ ਕਿਸ ਮੰਜ਼ਿਲ ਤੱਕ ਪਹੁੰਚਣਾ ਹੈ ਤੇ ਪਹੁੰਚਣਾ ਕਿਸ ਤਰ੍ਹਾਂ ਹੈ। ਇਹ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਪਤਾ ਲੱਗ ਜਾਂਦਾ ਹੈ ਜੀ। ਗੁਰੂ ਸਾਹਿਬ ਕਿਰਪਾ ਕਰੇ, ਗੁਰੂ ਉਪਦੇਸ਼ ਹਿਰਦੇ ਰੂਪੀ ਘਰ ਵਿੱਚ ਵਸ ਜਾਵੇ ਜੀ। ਇਹ ਭਾਈ ਸਿੱਖ ਦਾ ਆਦਰਸ਼ ਹੈ। ਸਿੱਖ ਦਾ ਪਹਿਲਾ ਆਦਰਸ਼ ਹੈ, ਪੀਵਹੁ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਸਿੱਖ ਦਾ ਆਦਰਸ਼ ਹੈ ਕਿ ਪੰਜ ਪਿਆਰੇ ਸਹਿਬਾਨ ਪਾਸੋਂ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਕੇ ਤੇ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰੇ। ਪੰਜ ਪਿਆਰੇ ਸਹਿਬਾਨ ਪਾਸੋਂ ਗੁਰ ਮੰਤਰ, ਮੂਲ ਮੰਤਰ, ਬਾਣੀ ਦੀ ਦਾਤ ਲੈ ਕੇ ਨਾਮ ਸ਼ਬਦ ਅਭਿਆਸ ਕਮਾਈ ਕਰੇ। ਇਹ ਸਿੱਖ ਦਾ ਆਦਰਸ਼ ਹੈ ਜੀ। ਸੋ ਬੇਨਤੀਆਂ ਪ੍ਰਵਾਨ ਕਰੋ। ਗੁਰਬਾਣੀ ਜਾਪ, ਗੁਰੂ ਸ਼ਬਦ ਵਿਚਾਰ ਕਰਦੇ ਸਮੇਂ ਇੱਕ ਨੇ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਦੀ ਸੰਗਤ ਬੜੀ ਦਿਆਲੂ ਕਿਰਪਾਲੂ ਹੈ, ਬਖਸ਼ੋ। ਆਓ ਗੁਰੂ ਫਤਿਹ ਨਾਲ ਸਾਂਝ ਪਾ ਕੇ ਸਤਿਗੁਰੂ ਤੋਂ ਅਸੀਸ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।